ਵੀਰ ਨੂੰ ਤਾਂ ਪੜ੍ਹਨ ਭੇਜਿਆ ਕੈਨੇਡਾ, ਮੈਨੂੰ ਕਹਿਣ ਵੀ ਇਹਨੂੰ ਤਾਂ ਛੇਤੀ ਤੋਂ ਛੇਤੀ ਵਿਆਹ ਦਿਓ, ਆਪਾਂ ਦੇ ਭਾਰ ਹਲਕਾ ਕਰਨਾ, ਇਹਨੂੰ ਆਪਦੇ ਘਰ ਤੁਰਦੀ ਕਰੋ। ਫੇਰ ਜੀ ਕਿਸੇ ਪਾਣੇ ਨੇ ਆ ਕੇ ਮੇਰੇ ਰੇਖ 'ਚ ਮੇਖ ਮਾਰਤੀ। ਪਾਣਾ ਕਹਿੰਦਾ ਲਾ ਲਓ ਜ਼ੋਰ, ਜੇ 8ਵੀਂ ਤੋਂ ਗਾਂਹ ਲੰਘ ਜੀ। ਜਿਹੜੀ ਮਟੀਰੀਅਲਿਸਟਿਕ ਵਰਲਡ ਹੈ, ਇਸ ਨੇ ਇੰਨੇ ਪੈਰ ਪਸਾਰਨੇ ਸ਼ੁਰੂ ਕੀਤੇ। ਮੇਰੀ ਖੁਸ਼ਕਿਸਮਤੀ ਇਹ ਹੈ ਕਿ ਮੈਂ ਪੰਜਾਬੀ ਡਿਪਾਰਟਮੈਂਟ ਸੀ, ਮੈਨੂੰ ਜਿਹੜਾ ਸਟੱਫ ਮਿਲਦਾ ਸੀ ਉਹ ਪੰਜਾਬ ਦੇ ਪਿੰਡਾਂ ਤੋਂ ਆਇਆ ਹੋਇਆ ਸੀ, ਜਿਹੜੇ ਹਰੇ ਇਮੋਸ਼ਨਲ ਸਾਂਝ ਆਪਦੇ ਸੀਨੇ 'ਚ ਲੈ ਕੇ ਆਉਂਦੇ ਸੀ। ਟੀਚਰ ਹੋਣਾ ਤਾਂ ਤੁਸੀਂ ਆਪਦੀ ਥਾਟ ਨੂੰ ਸ਼ਾਇਦ ਆਪਦੀ ਔਲਾਦ ਦੇ ਸੀਨੇ 'ਚ ਨਹੀਂ ਬੀਜ ਸਕਦੇ। ਮੈਨੂੰ ਆਪਦਾ ਆਪ ਇੰਨਾ ਮਾਣ ਨਾਲ ਮਤਲਬ ਸਰਮਾਏ ਵਾਲਾ ਲੱਗਦਾ ਹੈ, ਜਦੋਂ ਮੈਂ ਕਿਸੇ ਵੀ ਦੁਨੀਆ ਦੇ ਕਿਸੇ ਵੀ ਕੋਨੇ ਤੇ ਜਾਵਾਂ ਤਾਂ ਮੇਰੇ ਵਿਦਿਆਰਥੀ ਮੂਹਰੇ ਬਾਹਾਂ ਖਿਲਾਰ ਕੇ ਖੜੇ ਹੁੰਦੇ ਨੇ। ਇਹ ਬਹੁਤ ਵੱਡਾ ਸਰਮਾਇਆ ਹੈ ਜੀ। ਕਲਾ ਦੇ ਅੰਗ ਸੰਗ ਵਿੱਚ ਇੱਕ ਵਾਰ ਫੇਰ ਮੋਹਨ ਗਿੱਲ ਤੁਹਾਡਾ ਸਭ ਦਾ ਸਵਾਗਤ ਕਰਦਾ ਹੈ। ਤੁਸੀਂ ਪ੍ਰੋਗਰਾਮ ਨੂੰ ਬੜਾ ਮਾਣ ਦੇ ਰਹੇ ਹੋ, ਇਸ ਲਈ ਅਸੀਂ ਬੜੇ ਧੰਨਵਾਦੀ ਹਾਂ। ਸਟੂਡੀਓ ਵਾਲੇ ਤੇ ਚੈਨਲ ਵਾਲੇ ਤੁਹਾਡਾ ਸਾਰਿਆਂ ਦਾ ਬਹੁਤ ਪਿਆਰ ਸਤਿਕਾਰ ਕਰਦੇ ਆ। ਅੱਜ ਜਿਸ ਤਰ੍ਹਾਂ ਕਿ ਅਸੀਂ ਹਮੇਸ਼ਾ ਹੀ ਇੱਕ ਵਿਲੱਖਣ ਕਲਾਕਾਰ, ਸ਼ਖਸੀਅਤ, ਆਰਟਿਸਟ ਨੂੰ ਲੈ ਕੇ ਆਉਂਦੇ ਆ, ਅੱਜ ਮੈਂ ਬੜਾ ਮਾਣ ਮਹਿਸੂਸ ਕਰਦਾ ਕਿ ਸਾਡੇ ਭੈਣ ਜੀ ਜੋ ਸਾਡੇ ਮੈਂਟਰ ਨੇ, ਔਰ ਮੇਰਾ ਜੀ ਕਰਦਾ ਹੁੰਦਾ ਵੀ ਮੈਂ ਬਿਲਕੁਲ ਨਾ ਬੋਲਾਂ ਤੇ ਇਹਨਾਂ ਦੇ ਚਰਨਾਂ ਦੇ ਕੋਲ ਬੈਠ ਕੇ ਇਹਨਾਂ ਨੂੰ ਸੁਣੀ ਜਾਈਏ। ਅੱਜ ਉਹਨਾਂ ਨੂੰ ਸੁਣਾਂਗੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਮੈਡਮ ਬਲਵਿੰਦਰ ਕੌਰ, ਡਾਕਟਰ ਬਲਵਿੰਦਰ ਕੌਰ ਬਰਾੜ ਜੀ ਸਟੂਡੀਓ 'ਚ ਆਏ ਨੇ। ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ। ਭੈਣ ਜੀ, ਪਹਿਲਾਂ ਤਾਂ ਮੈਨੂੰ ਥੋੜ੍ਹਾ ਜਿਹਾ ਆਪਦੇ ਪਿਛੋਕੜ ਬਾਰੇ ਦੱਸੋ। ਮੈਂ ਜੀ ਮੋਰਾਲੀ ਦੇ ਸਰਦਾਰਾਂ ਦੀ ਧੀ ਹਾਂ। ਸਰਦਾਰਾਂ ਦੀ ਮੈਂ ਇਸ ਲਈ ਕਹਿ ਰਹੀ ਹਾਂ ਕਿਉਂਕਿ ਉੱਥੇ ਵਿਤਕਰਾ ਬਹੁਤ ਸੀਗਾ। ਅੱਛਾ, ਇੱਥੇ ਇੱਕ ਮੈਂ ਹੋਰ ਗੱਲ ਕਰਦੇ ਹਾਂ, ਮੋਰਾਂ ਵਾਲੀ, ਇਹ ਲੁਧਿਆਣੇ ਵਾਲੀ ਗੱਲ ਕਰਦੇ। ਹਾਂਜੀ, ਮਲੌਦ ਦੇ ਕੋਲੇ। ਇੱਕ ਮੋਰਾਂ ਵਾਲੀ ਜਲੰਧਰ ਦੇ ਵਿੱਚ ਆ, ਜਿੱਥੇ ਭਗਤ ਸਿੰਘ ਦੇ ਨਾਨਕੇ। ਡਾਕਟਰ ਭਗਤ ਸਿੰਘ ਸ਼ੇਰਗਿੱਲ ਮੇਰੇ ਚਾਚਾ ਜੀ ਵਾਈਸ ਚਾਂਸਲਰ ਸੀ ਜਿਹੜੇ। ਅੱਛਾ ਜੀ। ਹਾਂਜੀ, ਓਕੇ। ਤੇ ਪ੍ਰਿੰਸੀਪਲ ਕਰਤਾਰ ਸਿੰਘ ਸ਼ੇਰਗਿੱਲ ਦੀ ਬੇਟੀ ਹਾਂ ਜੀ ਮੈਂ। ਅੱਛਾ। ਹਾਂਜੀ, ਤੇ ਉੱਥੇ ਸਰਦਾਰਾਂ ਦੀਆਂ ਕੁੜੀਆਂ ਤੇ ਮੁੰਡਿਆਂ ਦੇ ਵਿੱਚ ਘਰਾਂ 'ਚ ਫਰਕ ਬਹੁਤ ਹੁੰਦਾ, ਜਿੱਥੋਂ ਸਟਾਰਟ ਹੋਇਆ ਜੀ ਸਾਰਾ ਕੁਝ। ਸਾਡੇ ਘਰ ਦੇ ਵਿੱਚ ਮੈਨੂੰ ਲੱਗਦਾ ਕੁਝ ਜ਼ਰੂਰਤ ਨਾਲੋਂ ਜ਼ਿਆਦਾ ਹੀ ਸੀਗਾ ਮੁੰਡੇ ਕੁੜੀ 'ਚ ਫਰਕ। ਪਤਾ ਨਹੀਂ ਤਾਂ ਜਾਇਦਾਦਾਂ ਹੁੰਦੀਆਂ ਨੇ, ਵੰਡ ਵੰਡਾਈ ਹੁੰਦੀ ਹੈ, ਪਤਾ ਨਹੀਂ ਜੀ ਕੀ ਹੈ, ਪਰ ਸਾਡੇ ਨਾਲ ਵਿਤਕਰਾ ਬਹੁਤ ਜ਼ਿਆਦਾ ਹੋਇਆ। ਇਹ ਮੈਂ ਆਪਦੇ ਜਿਹੜਾ ਹੁਣ ਨਵੀਂ ਕਿਤਾਬ ਲੈ ਕੇ ਆਈ, ਹਾਂਜੀ, ਮੈਂ ਉਹਦੇ 'ਚ ਸਾਰਾ ਕੁਝ ਲਿਖਤਾ। ਸਰਦਾਰਾਂ ਦੀਆਂ ਧੱਜੀਆਂ ਉਡਾਤੀਆਂ ਜੀ ਮੈਂ ਉਹਦੇ 'ਚ। ਮੈਨੂੰ ਪਤਾ, ਇਸੇ ਕਰਕੇ ਮੈਂ ਉਹ ਗੱਲ ਕਰ ਰਿਹਾ। ਸ਼ਾਇਦ ਤੁਹਾਨੂੰ ਆਪ ਨੂੰ ਬੜਾ ਮਹਿਸੂਸ ਹੁੰਦਾ ਸੀਗਾ, ਉਹ ਪ੍ਰੋਟੈਕਟ ਕਰਦੇ ਸੀ ਤੁਹਾਨੂੰ ਜ਼ਿਆਦਾ, ਲੋੜ ਤੋਂ ਵੱਧ ਪ੍ਰੋਟੈਕਟ ਕਰਦੇ। ਹੋ ਸਕਦਾ ਇਹ ਤੁਹਾਡੀ ਗੱਲ ਠੀਕ ਹੈ, ਕਿਉਂਕਿ ਜਦੋਂ ਮੈਂ ਉਸ ਉਮਰ 'ਚ ਆਈ, ਜਦੋਂ ਮੈਂ ਆਪ ਦਾਦੀ ਬਣੀ ਆ, ਤਾਂ ਮੈਨੂੰ ਲੱਗਦਾ ਹੁੰਦਾ ਸੀ ਵੀ ਉਹ ਕੁਛ ਲੀਹਾਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਸ਼ਾਇਦ ਸਬਰ ਸੰਤੋਖ ਦਾ ਲੈਸਨ ਪੜ੍ਹਾਉਣ ਵਾਸਤੇ ਇਹ ਜ਼ਰੂਰੀ ਹੁੰਦਾ ਹੋਵੇ। ਜਿਵੇਂ ਹੁਣ ਅਸੀਂ ਲੜਕੀਆਂ ਨੂੰ ਦੇਖਦੇ ਹਾਂ, ਉਹ ਮੁੰਡਿਆਂ ਦੀ ਬਰਾਬਰੀ ਕਰਦੀਆਂ ਨੇ, ਤਾਂ ਇਹਨਾਂ ਜਿਹੜੀਆਂ ਸਾਡੇ 'ਚ ਉਹਨਾਂ ਨੇ ਖੂਬੀਆਂ ਪਾਈਆਂ ਸੀ, ਉਹ ਖੂਬੀਆਂ ਦੀ ਜਿਹੜੀ ਵਿਰਵਾ ਹੋਣਾ ਉਹ ਸਾਨੂੰ ਮਹਿਸੂਸ। ਪਰ ਉਸ ਜ਼ਮਾਨੇ ਤੇ ਹੁਣ ਦੇ ਜ਼ਮਾਨੇ ਦਾ ਵੈਸੇ ਵੀ ਬਹੁਤ ਜ਼ਿਆਦਾ ਫਰਕ ਹੈ ਜੀ, ਬਹੁਤ ਫਰਕ ਹੈ, ਇਸ 'ਚ ਕੋਈ ਸ਼ੱਕ ਨਹੀਂ। ਪਰ ਤੁਸੀਂ, ਤੁਹਾਡਾ ਜਿਹੜਾ ਜੀਵਨ ਆ, ਹਾਂਜੀ, ਕਿੱਥੋਂ ਸ਼ੁਰੂ ਹੋ ਕੇ ਕਿੱਥੇ ਤੱਕ ਚੱਲਿਆ? ਮੈਂ ਇਹ ਕਹਿਣਾ ਹੁੰਦਾ ਵੀ ਜਿਹੜੀ ਸਾਡੀ ਜਨਰੇਸ਼ਨ, ਖਾਸ ਤੌਰ ਤੇ ਤੁਸੀਂ ਤਾਂ ਸਾਡੇ ਤੋਂ ਵੀ ਕੁਝ ਸਮਾਂ ਪਹਿਲਾਂ ਦੇ ਹੈਗੇ ਹੋ, ਹਾਂਜੀ, ਸਾਡੀ ਜਨਰੇਸ਼ਨ ਨੇ ਸਮਾਜਿਕ ਤੌਰ ਤੇ, ਕਲਾਮਈ ਤੌਰ ਤੇ, ਆਰਟ ਦੇ ਤੌਰ ਤੇ ਜਿੰਨੀਆਂ ਚੇਂਜ ਨੇ, ਕੰਪਿਊਟਰ ਦੇ ਤੌਰ ਤੇ ਹਾਂਜੀ, ਜਿੰਨੀਆਂ ਚੇਂਜ ਮੇਰੇ ਖਿਆਲ ਆਪਾਂ ਕਿੱਥੋਂ ਸ਼ੁਰੂ ਹੋ ਕੇ, ਆਪਾਂ ਤਾਂ ਦੀਵੇ ਦੀ ਥੱਲੇ ਪੜਨ ਤੋਂ ਸ਼ੁਰੂ ਹੋ ਕੇ, ਦੀਵੇ ਦੀ ਲੋ ਤੋਂ ਇਹਨਾਂ ਬਲਬਾਂ ਤੱਕ ਆ ਗਏ ਜੀ, ਜਿਹੜੀ ਰੋਸ਼ਨੀ ਬਚਾਉਂਦੀ ਹੈ। ਹਾਂਜੀ ਹਾਂਜੀ, ਆਪਾਂ ਤਾਂ ਬਹੁਤ ਕੁਝ ਬਦਲਾਵ ਦੇਖਿਆ। ਮੈਂ ਜਦੋਂ ਕਲਚਰ ਦਾ ਪੇਪਰ ਪੜ੍ਹਾਉਂਦੀ ਸੀ ਨਾ ਐਮਏ 'ਚ, ਤਾਂ ਉੱਥੇ ਮੈਂ ਇੱਕ ਗੱਲ ਪੜ੍ਹੀ ਸੀ ਵੀ ਜਿਹੜੀਆਂ ਕਾਢਾਂ ਨੇ ਨਾ, ਪਹਿਲੇ 100 ਸਾਲਾਂ 'ਚ ਸ਼ਾਇਦ 40-50 ਹੋਈਆਂ ਸੀ, ਅਗਲੇ 40-50 ਸਾਲਾਂ 'ਚ 200-300 ਤਾਂ ਸਿੱਧੀਆਂ ਹੋ ਜਾਂਦੀਆਂ ਸੀ। ਇਸ ਤਰੀਕੇ ਨਾਲ ਜ਼ਿੰਦਗੀ ਦੀ ਰਫ਼ਤਾਰ ਬਹੁਤ ਤੇਜ਼ੀ ਨਾਲ ਵਧੀ ਹੈ, ਬਹੁਤ ਜ਼ਿਆਦਾ ਵਧੀ ਹੈ। ਹੁਣ ਵਾਲੇ ਜਦੋਂ ਛੋਟੇ ਛੋਟੇ ਬੱਚੇ, ਮੇਰਾ ਪੋਤਾ ਨਾ ਜੀ, ਨਿੱਕਾ ਜਿਹਾ ਹੱਥ ਮੇਰੇ ਮੂੰਹ ਵੱਲ ਕਰਕੇ ਕਹਿੰਦਾ, ਲਾ ਤੁਹਾਨੂੰ ਬੜਾ ਪਤਾ ਹੈ। ਉਦੋਂ ਮੈਨੂੰ ਬੜੀ ਅਜੀਬ ਜੀ ਗੱਲ ਲੱਗਦੀ ਹੁੰਦੀ ਹੈ। ਬਿਲਕੁਲ, ਉਹ ਆਪਦੇ ਮਾਂ ਦੇ ਪੇਟ 'ਚੋਂ ਹੀ ਬਟਨ ਦਬਾਉਣੇ ਸਿੱਖ ਕੇ ਆਉਂਦੇ ਨੇ, ਤੇ ਸਾਨੂੰ ਉਹਨਾਂ ਗੱਲਾਂ ਦਾ ਪਤਾ ਨਹੀਂ ਹੁੰਦਾ, ਤੇ ਕੁਝ ਖਾਸ ਉਮਰ ਤੋਂ ਬਾਅਦ ਤੁਸੀਂ ਉਹ ਸਿੱਖ ਵੀ ਨਹੀਂ ਸਕਦੇ। ਬਿਲਕੁਲ ਬਿਲਕੁਲ। ਅਸੀਂ ਮੇਰੇ ਖਿਆਲ ਇਸ ਲਾਈਨ ਦੇ ਵਿੱਚ ਸਾਨੂੰ ਬੱਚਿਆਂ ਦਾ ਆਸਰਾ ਲੈਣਾ ਪੈਂਦਾ। ਅੱਛਾ, ਤੁਸੀਂ ਸਰਦਾਰਾਂ ਦੀ ਧੀ ਤੇ ਉਹ ਇੰਨੇ ਸਖਤ, ਉਹਨਾਂ ਦੇ ਫਿਰ ਤੁਹਾਨੂੰ
ਪੜ੍ਹਨ ਪੜਾਉਣ ਦੀ ਇਜਾਜ਼ਤ ਕਿਵੇਂ ਪੁੱਛੋ ਨਾ ਬਾਅਦ ਜੀ, ਦੇ ਪੜ੍ਹਨ ਪੜਾਉਣ ਬੜਾ ਔਖਾ ਕੀਤਾ। ਵੀਰ ਨੂੰ ਤਾਂ ਪੜ੍ਹਨ ਭੇਜਿਆ ਕੈਨੇਡਾ, ਮੈਨੂੰ ਕਹਿਣ ਵੀ ਇਹਨੂੰ ਤਾਂ ਛੇਤੀ ਤੋਂ ਛੇਤੀ ਵਿਆਹ ਦਿਓ, ਆਪਾਂ ਦੇ ਭਾਰ ਹਲਕਾ ਕਰਨਾ, ਇਹਨੂੰ ਆਪਦੇ ਘਰ ਤੁਰਦੀ ਕਰੋ। ਮੈਂ ਤਾਂ ਹਾੜੇ ਕੱਢ ਕੇ ਵੀਰ ਨੂੰ ਕਹਿ ਕੇ ਵੀ ਤੂੰ ਤਾਂ ਕੈਨੇਡਾ ਪੜ੍ਹਨ ਜਾਂਦਾ, ਤੇ ਮੈਂ ਜਦੋਂ ਕਿ ਹਰੇਕ ਕਲਾਸ 'ਚੋਂ ਫਸਟ ਆਈ ਜਾਂਦੀ ਹਾਂ, ਮੈਨੂੰ ਪੜ੍ਹਾਈ ਤੋਂ ਹਟਾਈ ਜਾਂਦੇ ਹੋ। ਫਿਰ ਜੀ ਕਿਸੇ ਪਾਣੇ ਨੇ ਆ ਕੇ ਮੇਰੇ ਰੇਖ 'ਚ ਮੇਖ ਮਾਰਤੀ। ਪਾਣਾ ਕਹਿੰਦਾ ਲਾ ਲਓ ਜ਼ੋਰ, ਜੇ 8ਵੀਂ ਤੋਂ ਗਾਂਹ ਲੰਘ ਜੇ। ਅੱਛਾ, ਲਿਖਿਆ ਤੁਸੀਂ ਮੰਨਦੇ ਕੋਨ? ਹਾਂਜੀ, ਉਹ ਕਹਿੰਦਾ ਜੀ, ਉਹਨੇ ਤਾਂ ਰੱਫੜ ਪਾ ਕੇ ਰੱਖਤਾ। ਮੇਰੇ ਦਾਦੀ ਜੀ ਕਹਿੰਦੇ ਇਹਨੂੰ ਤਾਂ ਹਟਾ ਲਓ, ਇਹਨੂੰ ਤਾਂ ਪੜ੍ਹਨਾ ਤਾਂ ਇਹਨੇ ਹੈ ਹੀ ਨਹੀਂਗਾ। ਪਾਂਡਾ ਕਹਿੰਦਾ, ਉਹ ਮੇਰਾ ਜ਼ਿਕਰ ਜੀ ਪਾਂਡੇ ਦੀ ਬੋਧੀ ਮੁੰਨਦਾ। ਤੁਸੀਂ ਪਾਂਡਾ ਗਲਤ ਸਿੱਧ ਕਰ ਦਿੱਤਾ। ਗੱਲ ਤਾਂ ਪੂਰਾ ਜੀ, ਮੈਂ ਆਪਦੇ ਸਾਰੇ ਭੈਣਾਂ ਭਾਈਆਂ ਨਾਲੋਂ ਵੱਧ ਪੜ੍ਹੀ ਆ। ਮੈਂ PhD ਕੀਤੀ ਹੈ, ਉਹਨਾਂ ਨੇ ਕਿਸੇ ਨੇ PhD ਨਹੀਂ ਕੀਤੀ। ਤੇ ਮੈਂ ਕਿਹਾ ਵੀ ਮੈਨੂੰ ਤਾਂ ਤੁਸੀਂ ਪਾਣਾ ਜਿਹੜਾ ਬਹੁਤ ਗਲਤ ਗੱਲ ਕਰ ਗਿਆ। ਔਰ ਤੁਸੀਂ ਤਾਂ ਕਹਾਂ ਹੋਰਾਂ ਨੂੰ PhD ਕਰਵਾਈ ਵੀ ਆ। ਹਾਂਜੀ ਹਾਂਜੀ, ਬਿਲਕੁਲ ਕਰਵਾਈ ਹੈ ਕਈਆਂ ਨੂੰ। 30 ਸਾਲ ਕਾਲਜ ਦੇ ਵਿੱਚ ਪੜਾਉਣਾ। 38 ਸਾਲ ਮੈਂ ਯੂਨੀਵਰਸਿਟੀ ਮਤਲਬ ਟੀਚਿੰਗ 'ਚ ਰਹੀ ਹਾਂ ਜੀ। ਟੀਚਿੰਗ ਦੇ ਵਿੱਚ ਰਹੇ। ਹਾਂਜੀ ਹਾਂਜੀ। ਔਰ ਮੇਰੇ ਖਿਆਲ ਬਹੁਤ ਵਿਦਿਆਰਥੀ ਹਾਂਜੀ, ਬੜੇ ਪੂਰਾਂ ਦੇ ਪੂਰ ਲੰਘਾਏ ਨੇ। ਔਰ ਕਮਾਲ ਦੀ ਗੱਲ ਇਹ ਹੈ, ਜਿਹੜਾ ਮੈਂ ਆਪਦੀ ਇਸ ਕਿਤਾਬ 'ਚ ਵੀ ਲਿਖਿਆ, ਹਰ ਸਾਲ ਇੱਕ ਸ਼ੇਡ ਘਿਰ ਜਾਂਦਾ ਸੀ। ਹਰ ਸਾਲ ਜਿਹੜੇ ਬੱਚੇ ਸੜਕ ਤੇ ਚਲੇ ਜਾਂਦੇ ਸੀ, ਉਹਨਾਂ ਦੀ ਥਿੰਕਿੰਗ 'ਚ ਇੰਨੀ ਜਲਦੀ ਫਰਕ ਆਉਂਦਾ ਸੀ ਜੀ। ਜਿਵੇਂ ਪਹਿਲੇ ਬੱਚੇ ਸੀ ਜੀ ਤੇ ਅਖੀਰਲੇ ਸਾਲ ਦੇ ਬੱਚੇ ਸੀ, ਉਹਨਾਂ ਦੀ ਸੋਚਾਂ ਵਿੱਚ ਜ਼ਮੀਨ ਅਸਮਾਨ। ਗਰੋਥ ਹਾਂਜੀ। ਜਿਹੜੀ ਮਟੀਰੀਅਲਿਸਟਿਕ ਵਰਲਡ ਹੈ, ਇਸ ਨੇ ਇੰਨੇ ਪੈਰ ਪਸਾਰਨੇ ਸ਼ੁਰੂ ਕੀਤੇ। ਮੇਰੀ ਖੁਸ਼ਕਿਸਮਤੀ ਇਹ ਹੈ ਕਿ ਮੈਂ ਪੰਜਾਬੀ ਡਿਪਾਰਟਮੈਂਟ ਸੀ। ਮੈਨੂੰ ਜਿਹੜਾ ਸਟੱਫ ਮਿਲਦਾ ਸੀ ਉਹ ਪੰਜਾਬ ਦੇ ਪਿੰਡਾਂ ਤੋਂ ਆਇਆ ਹੋਇਆ ਸੀ, ਜਿਹੜੇ ਹਰੇ ਇਮੋਸ਼ਨਲ ਸਾਂਝ ਆਪਦੇ ਸੀਨੇ 'ਚ ਲੈ ਕੇ ਆਉਂਦੇ ਸੀ। ਸਰੀ ਦੇ ਵਿੱਚ ਵੀ ਇੰਨੇ ਬੱਚੇ ਉਸ ਤਰ੍ਹਾਂ ਦੇ ਬੈਠੇ ਨੇ ਜਿਨ੍ਹਾਂ ਨੇ ਮੈਨੂੰ ਇੱਥੇ ਸਰੀ 'ਚ ਪੈਰ ਧਰਨ ਸਾਰ ਮੇਰਾ ਆਉਣਾ ਸੈਲੀਬ੍ਰੇਟ ਕੀਤਾ। ਤੇ ਮੈਨੂੰ ਬੜਾ ਚੰਗਾ ਲੱਗਿਆ। ਪੁਰਾਣੇ ਮੁੰਡੇ, ਪੁਰਾਣੇ ਸਾਂਝਾਂ, ਪੁਰਾਣੀਆਂ ਕੁੜੀਆਂ ਮੈਨੂੰ ਮਿਲੀਆਂ। ਤੇ ਜਿਵੇਂ ਤੁਹਾਡੀ ਸਾਂਝ ਸੱਜਰੀ ਹੋ ਜਾਂਦੀ ਹੈ ਨਾ, ਜਿਵੇਂ ਇੱਕ ਲੋਟਰੀ ਹੱਥ ਲੱਗੀ ਹੁੰਦੀ, ਉਵੇਂ ਲੱਗਦਾ ਹੁੰਦਾ ਜੀ। ਮੇਰਾ ਖਿਆਲ ਜਿਹੜਾ ਅਧਿਆਪਕ ਤੇ ਵਿਦਿਆਰਥੀ ਦਾ ਜਿਹੜਾ ਇੱਕ ਰਿਸ਼ਤਾ, ਸਤਿਕਾਰ ਸੀਗਾ, ਹਾਂਜੀ, ਉਹ ਉਸ ਜ਼ਮਾਨੇ ਦਾ ਬਹੁਤ ਜ਼ਿਆਦਾ ਸੀਗਾ। ਬਹੁਤ ਸੀ ਜੀ, ਬਹੁਤ। ਤੇ ਅੱਜ ਉਹ ਘਟਦਾ ਜਾ ਰਿਹਾ, ਕਿਉਂਕਿ ਤੁਸੀਂ ਹੁਣ ਟੀਚਿੰਗ ਦੇ ਵਿੱਚੋਂ 2008 ਦੇ ਵਿੱਚ ਤੁਸੀਂ ਬਾਹਰ ਆ ਗਏ ਹੋ। ਹਾਂਜੀ। ਤੇ 8 ਤੋਂ ਲੈ ਕੇ ਜਦੋਂ ਵੱਧਦੇ 13 ਸਾਲ ਦੀ ਗੱਲ ਆ, ਇਸ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਨਿਗਾਰ ਆਇਆ। ਹਾਂਜੀ ਹਾਂਜੀ। ਮੈਂ ਕਈ ਵਾਰੀ ਨਾ ਟੀਚਰ ਡੇ ਤੇ ਮੈਨੂੰ ਬੁਲਾਉਂਦੇ ਨੇ, ਰੇਡੀਓ ਤੇ ਬੁਲਾਉਂਦੇ ਨੇ ਜਾਂ ਉੱਥੇ ਗੱਲ ਕਰਦੇ ਨੇ। ਮੈਨੂੰ ਲੱਗਦਾ ਹੁੰਦਾ ਵੀ ਟੀਚਰ ਦਾ ਇੰਨਾ ਪਵਿੱਤਰ ਪ੍ਰੋਫੈਸ਼ਨ ਹੈ, ਪਰ ਅੱਜ ਕੱਲ੍ਹ ਮੈਨੂੰ ਇੱਥੋਂ ਦੇ ਜਿਹੜੇ ਖਾਸ ਕਰਕੇ ਟੀਚਰ ਨੇ ਉਹ ਦੱਸਦੇ ਨੇ ਵੀ ਅਸੀਂ ਤਾਂ ਜਾ ਰਹੇ ਹੋ ਨਾ, ਸਾਡੇ ਮਗਰ ਜ਼ੋਰ ਦੀ ਦਰਵਾਜ਼ਾ ਮਾਰਦੇ ਨੇ। ਉਹ ਕੁਝ ਨਹੀਂ ਦੇਖਦੇ ਵੀ ਟੀਚਰ ਆ ਜਾਂ ਕੀ ਆ, ਨਾਂ ਲੈ ਕੇ ਬੁਲਾਉਂਦੇ ਨੇ, ਬਰਾਬਰੀ ਕਰਦੇ ਨੇ। ਕਹਿੰਦੇ ਵੀ 45 ਮਿੰਟ ਇਹਨੇ ਬੋਲਣਾ, ਬੋਲ ਕੇ ਚਲੇ ਜਾਊ, ਬਸ ਇਹਦਾ ਮਤਲਬ ਕੋਈ ਤਲਕ ਨਹੀਂ ਇਸ ਤੋਂ ਬਾਅਦ। ਪਰ ਮੈਨੂੰ ਲੱਗਦਾ ਹੁੰਦਾ ਟੀਚਰ ਹੋਣਾ ਤਾਂ ਤੁਸੀਂ ਆਪਦੀ ਥਾਟ ਨੂੰ ਸ਼ਾਇਦ ਆਪਦੀ ਔਲਾਦ ਦੇ ਸੀਨੇ 'ਚ ਨਹੀਂ ਬੀਜ ਸਕਦੇ, ਸਟੂਡੈਂਟਸ ਦੇ ਸੀਨੇ 'ਚ ਬੀਜ ਸਕਦੇ। ਜਦ ਤੱਕ ਬੱਚਾ ਸਕੂਲ ਦੇ ਵਿੱਚ ਆ ਤਾਂ ਉਹਦੇ ਮਾਈ-ਬਾਪ ਟੀਚਰ ਹੀ ਹੁੰਦੇ। ਹਾਂਜੀ ਹਾਂਜੀ, ਬਿਲਕੁਲ। ਤੇ ਉਹ ਰੋਲ ਵੀ ਅਦਾ ਕਰਦੇ ਸੀਗੇ। ਬਿਲਕੁਲ। ਮੇਰਾ ਖਿਆਲ ਆ ਬਹੁਤ ਸਾਰੇ ਐਸੇ ਵਿਅਕਤੀ ਮੈਨੂੰ ਮਿਲਦੇ ਆ, ਉਹਨਾਂ ਨੂੰ ਉਹਨਾਂ ਦੇ ਪ੍ਰੋਫੈਸਰ, ਉਹਨਾਂ ਦੇ ਟੀਚਰ ਦੀ ਕਹੀ ਹੋਈ ਇੱਕ ਗੱਲ ਨੇ, ਉਹ ਕਹਿੰਦੇ ਵੀ ਸਾਡਾ ਜੀਵਨ ਪਲਟ ਕੇ ਰੱਖ। ਇਸ 'ਚ ਕੋਈ ਸ਼ੱਕ ਨਹੀਂ ਜੀ। ਗਿੱਲ ਸਾਹਿਬ, ਮੈਨੂੰ ਐਂ ਲੱਗਦਾ ਸੀ ਵੀ ਜਿਵੇਂ ਇੱਕ ਖੁੰਡ ਹੁੰਦਾ ਨਾ ਵੱਡਾ ਸਾਰਾ, ਖੁੰਡ ਨੂੰ ਟੋਭੇ 'ਚ ਛੱਡ ਦਿੰਦੇ ਨੇ ਵੀ ਉਹ ਸੀਜ਼ਨਡ ਹੋ ਜੇ। ਉਹਦੇ ਮੈਨੂੰ ਐਂ ਲੱਗਦਾ ਸੀ ਮੈਂ ਤਾਂ ਉਹ ਖੁੰਡ ਆ ਜਿਹਦੇ ਤੇ ਹਰ ਸਾਲ ਕਰੂੰਬੜਾਂ ਫੁੱਟਦੀਆਂ ਨੇ ਤੇ ਹਰ ਸਾਲ ਉਹ ਕਰੂੰਬੜਾਂ ਵੱਢ ਲਈਆਂ ਜਾਂਦੀਆਂ। ਆਪਦਾ ਆਪ ਐਂ ਲੱਗਦਾ ਸੀ। ਔਰ ਉਹ ਸਾਰੀਆਂ ਕਰੂੰਬਲਾਂ ਜਾ ਕੇ ਵੱਖਰਾ ਦਰਖਤ ਬਣ ਜਾਂਦੀਆਂ, ਵੱਖਰਾ ਦਰਖਤ ਬਣ ਜਾਂਦੀਆਂ ਨੇ, ਸਾਡੀ ਸੋਚ ਨੂੰ ਲੈ ਕੇ ਜਾਂਦੀਆਂ ਨੇ ਕਿੱਥੇ ਕਿਤੇ ਸਾਰੀ ਦੁਨੀਆ ਦੇ ਵਿੱਚ। ਮੈਨੂੰ ਆਪਦਾ ਆਪ ਇੰਨਾ ਮਾਣ ਨਾਲ ਮਤਲਬ ਸਰਮਾਏ ਵਾਲਾ ਲੱਗਦਾ ਹੈ ਜਦੋਂ ਮੈਂ ਕਿਸੇ ਵੀ ਦੁਨੀਆ ਦੇ ਕਿਸੇ ਵੀ ਕੋਨੇ ਤੇ ਜਾਵਾਂ ਤਾਂ ਮੇਰੇ ਵਿਦਿਆਰਥੀ ਮੂਹਰੇ ਬਾਹਾਂ ਖਿਲਾਰ ਕੇ ਖੜੇ ਹੁੰਦੇ ਨੇ। ਇਹ ਬਹੁਤ ਵੱਡਾ ਸਰਮਾਇਆ ਹੈ ਜੀ। ਇਦੋਂ ਔਰ ਅੱਜ ਦੇ ਜ਼ਮਾਨੇ ਦੇ ਵਿੱਚ ਕੋਈ ਕਿਸੇ ਨੂੰ ਸੁਣਦਾ ਨਹੀਂ। ਅੱਜ ਦੇ ਜ਼ਮਾਨੇ ਦੇ ਵਿੱਚ ਇੱਕ ਘਰ ਦੇ ਵਿੱਚ ਮਾਂ ਜਦੋਂ ਇਹ ਕਹਿੰਦੀ ਵੀ ਰੋਟੀ ਪੱਕ ਗਈ ਤਾਂ ਨਿਆਣੇ ਨਹੀਂ ਸੁਣਦੇ, ਉਹ ਉਹਨਾਂ ਤੇ ਮੈਸੇਜ ਕਰਦੀ ਹੈ ਤਾਂ ਉਹਨਾਂ ਨੂੰ ਪਤਾ ਲੱਗਦਾ। ਹਾਂਜੀ ਹਾਂਜੀ। ਤੇ ਤੁਹਾਨੂੰ ਇੱਕ ਟੀਚਰ ਨੂੰ, ਪ੍ਰੋਫੈਸਰ ਨੂੰ 40 ਮਿੰਟ ਮਤਲਬ ਉਹ ਇੱਕ ਤਾਂ ਸਟੂਡੈਂਟ ਸੁਣਦੇ ਆ, ਇੱਕ ਫਿਰ ਉਹਦਾ ਤੈਨੂੰ ਅਫਜ਼ਾਨਾ ਮਿਲਦਾ, ਪੇ ਮਿਲਦੀ ਆ। ਮੇਰੇ ਕੋਲ ਧੰਨ ਭਾਗ ਨੇ, ਚੰਗੀ ਗੱਲ। ਬਿਲਕੁਲ ਬਿਲਕੁਲ ਜੀ। ਸਮਾਜ ਦੇ ਵਿੱਚ ਵੀ ਇੱਕ ਖਾਸ ਤਰ੍ਹਾਂ ਦਾ ਰੁਤਬਾ ਹੁੰਦਾ ਹੈ। ਔਰ ਮੈਨੂੰ ਲੱਗਦਾ ਟੀਚਰ ਦੇ ਮਨ ਵਿੱਚ ਵੀ ਇੱਕ ਗੱਲ ਹੁੰਦੀ ਹੈ ਕਿ ਜੇ ਮੇਰੇ ਤੋਂ ਗਲਤੀ ਹੋ ਗਈ ਨਾ ਤਾਂ ਸਮਾਜ ਨੇ ਮਾਫ ਨਹੀਂ ਕਰਨੀ। ਬਿਲਕੁਲ।
ਟੀਚਰ ਦਾ ਆਪਣਾ ਇੱਕ ਜਿਹੜਾ ਮਕਾਮ ਇੱਕ ਜਿਹੜਾ ਬਣਿਆ ਹੋਇਆ ਸਟੈਂਡਰਡ, ਮੇਰਾ ਖਿਆਲ ਉਹ ਹੈ ਤਾਂ ਹੈਗਾ ਹੀ ਆ ਉਹ, ਪਰ ਉਹਨੂੰ ਬਰਕਰਾਰ ਰੱਖਣਾ ਇਹ ਬਹੁਤ ਵੱਡੀ ਗੱਲ ਹੈ। ਬਹੁਤ ਵੱਡੀ ਗੱਲ ਹੈ ਜੀ। ਮੈਨੂੰ ਲੱਗਦਾ ਵੀ ਟੀਚਰ ਨੂੰ ਜਿਹੜੇ ਵਿਦਿਆਰਥੀ ਨੇ ਨਾ ਜੀ, ਉਹ ਰੋਲ ਮਾਡਲ ਸਮਝ ਕੇ ਉਹ ਜਿਹਾ ਬਣਨਾ ਚਾਹੁੰਦੇ ਹੁੰਦੇ ਨੇ। ਇਸ ਕਰਕੇ ਜੇ ਟੀਚਰ ਬੇਈਮਾਨ ਹੈ, ਹਰ ਤਰ੍ਹਾਂ ਦੀ ਝੂਠ ਬੋਲਦਾ, ਹਰ ਤਰ੍ਹਾਂ ਦੀ ਗਲਤੀ ਕਰਦਾ, ਜਾਂ ਆਪਦੇ ਟੀਚਰ ਵੱਲ ਨੂੰ ਨਹੀਂ ਤੁਰਦਾ, ਤਾਂ ਵਿਦਿਆਰਥੀ ਦੇ ਮਨ ਵਿੱਚੋਂ ਲੈ ਜਾਂਦਾ। ਸੇਮ ਚੀਜ਼ ਮਾਪਿਆਂ ਦਾ। ਹਾਂਜੀ, ਉਹ ਬੱਚੇ ਜਿਵੇਂ ਹੁਣ ਬੱਚੇ ਉਹ ਨਹੀਂ ਕਰਦੇ ਜੋ ਤੁਸੀਂ ਕਹਿੰਦੇ ਹੋ, ਉਹ ਕਰਦੇ ਜੋ ਤੁਸੀਂ ਕਰਦੇ ਹੋ। ਬਿਲਕੁਲ ਇਸੇ ਤਰ੍ਹਾਂ ਜਿਹੜਾ ਅਧਿਆਪਕ ਦੇ ਉੱਤੇ ਵੀ ਇਹੀ ਗੱਲ ਲਾਗੂ ਹੁੰਦੀ ਆ। ਅਸੀਂ ਭੈਣ ਜੀ ਹੁਣੇ ਹੀ ਵਾਪਸ ਆਉਣੇ ਆ, ਅਸੀਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਕਲਾ ਅਧਿਆਪਕ ਸੰਘ ਵਿੱਚ ਇੱਕ ਵਾਰ ਫਿਰ ਜੀ ਆਇਆਂ ਨੂੰ। ਸਾਡੇ ਮੈਡਮ ਬਲਵਿੰਦਰ ਕੌਰ ਬਰਾੜ ਜੀ ਆਏ ਹੋਏ ਨੇ ਸਟੂਡੀਓ ਦੇ ਵਿੱਚ। ਉਹਨਾਂ ਨਾਲ ਉਹਨਾਂ ਦੇ ਜੀਵਨ ਬਾਰੇ ਗੱਲਬਾਤ ਕਰਦੇ ਸੀ। ਭੈਣ ਜੀ ਪਹਿਲਾਂ ਤਾਂ ਇਹ ਹੋਇਆ ਵੀ ਤੁਸੀਂ ਪੜ੍ਹਾਈ ਕੀਤੀ, ਉਸ ਤੋਂ ਬਾਅਦ ਫਿਰ ਲੇਖਕ ਦੇ ਤੌਰ ਦੇ ਉੱਤੇ ਤੁਹਾਡੀ ਕਦੋਂ ਕਲਮ ਜਮਾਈ ਸ਼ੁਰੂ ਕੀਤੀ? ਗਿੱਲ ਸਾਹਿਬ, ਪਹਿਲਾਂ ਤਾਂ ਨਾ ਜਦੋਂ ਮੈਂ BA 'ਚ ਪੜ੍ਹਦੀ ਸੀ, ਉਦੋਂ ਮੈਂ ਆਪਦੀ ਉਮਰ ਵਰਗੀਆਂ ਨਿਆਣੀਆਂ ਤੇ ਇਮੈਚੁਰ ਕਵਿਤਾਵਾਂ ਵੀ ਲਿਖੀਆਂ ਸੀ, ਜਿਹੜੀਆਂ ਉਸੇ ਤਰ੍ਹਾਂ ਕਾਪੀ 'ਚ ਪਈਆਂ ਰਹੀਆਂ। ਮੇਰਾ ਖਿਆਲ ਕਾਲਜ ਦੇ ਵਿੱਚ ਸਾਰੇ ਹੀ ਕਵੀ ਹੁੰਦੇ ਨੇ ਜੀ। ਹਰ ਇੱਕ ਦੇ ਸੀਨੇ ਵਿੱਚ ਇਸ ਤਰ੍ਹਾਂ ਤੂਈਆਂ ਫੁੱਟਦੀਆਂ ਨੇ। ਪਰ ਜਿਹੜੀ ਟ੍ਰੈਜਡੀਜ਼ ਹੁੰਦੀਆਂ ਨੇ ਲਾਈਫ ਦੇ, ਉਤਰਾਅ ਚੜ੍ਹਾਅ ਹੁੰਦੇ ਨੇ, ਜ਼ਿੰਦਗੀ ਦੀਆਂ ਤਲਖੀਆਂ ਹੁੰਦੀਆਂ ਨੇ, ਜਦੋਂ ਤੁਸੀਂ ਉਹਨਾਂ ਦਾ ਸਾਹਮਣਾ ਕਰਦੇ ਹੋ, ਉਦੋਂ ਬਾਅਦ ਮੈਨੂੰ ਲੱਗਦਾ ਵੀ ਹੋਰ ਤਾਂ ਕੋਈ ਰਾਹ ਨਹੀਂ ਹੁੰਦਾ ਉਸ ਦੁੱਖ ਨੂੰ ਹੋਰ ਕਿਸੇ ਪਾਸੇ ਦੱਸਣ ਦਾ। ਦੁੱਖ ਨੂੰ ਦੱਸਣ ਵਾਸਤੇ ਅੱਖਰ ਹੀ ਨੇ ਜਿਹੜੇ ਤੁਹਾਨੂੰ ਬਿਖਰਨ ਤੋਂ ਬਚਾ ਲੈਂਦੇ ਨੇ। ਮੇਰੀ ਜ਼ਿੰਦਗੀ ਦੇ ਵਿੱਚ ਵੀ ਮੇਰੇ ਸਿਖਰ ਦੁਪਹਿਰੇ ਜ਼ਿੰਦਗੀ ਦੇ ਇੱਕ ਉਦਾਸ ਹਾਦਸਾ ਵਾਪਰ ਗਿਆ। ਮੇਰੇ ਮਦਰ ਦੀ ਤੇ ਮੇਰੇ ਪਤੀ ਦੀ 1 ਮਹੀਨੇ ਦੇ ਵਿੱਚ ਡੈਥ ਹੋ ਗਈ। ਮਹੀਨੇ ਬਾਅਦ ਹੀ ਮੇਰੇ ਹਸਬੈਂਡ ਦੀ, ਮੇਰੇ ਮਦਰ ਦੀ ਡੈਥ ਹੋ ਗਈ ਸੀ। ਤੇ ਮੈਂ ਸੱਭੇ ਸਾਕ ਕੁੜਾਵੇ ਨਾਵਲ ਦੇ ਸ਼ੁਰੂ 'ਚ ਲਿਖਿਆ ਵੀ 2 ਹੀ ਥਾਵਾਂ ਹੁੰਦੀਆਂ ਨੇ ਜਿੱਥੇ ਇੱਕ ਔਰਤ ਆਪਦਾ ਢਿੱਡ ਫਰੋਲ ਸਕਦੀ ਹੈ, ਜਾਂ ਪਤੀ ਕੋਲ ਜਾਂ ਮਾਂ ਕੋਲ। ਜੇ ਦੋਵੇਂ ਥਾਵਾਂ ਨਾ ਹੋਣ ਤੁਹਾਡੇ ਲਈ ਉਹ ਇੱਕ ਤਾਂ ਉਹ ਗਲੀਆਂ ਦੇ ਕੱਖਾਂ ਵਾਂਗ ਰੁਲ ਜਾਂਦੀ ਹੈ। ਮੈਨੂੰ ਲੱਗਦਾ ਸੀ ਕਿ ਜੇ ਇਸ ਤਰ੍ਹਾਂ ਨੈਗੇਟਿਵ ਥਾਟ ਤੁਹਾਡੇ ਤੇ ਪ੍ਰਵੇਲ ਕਰ ਜਾਵੇ ਤਾਂ ਤੁਸੀਂ ਰੋਂਦੂ ਬਣ ਜਾਂਦੇ ਹੋ। ਕਹਿੰਦਾ ਟ੍ਰੈਜਡੀ ਜਾਂ ਤੁਹਾਨੂੰ ਨਿਖਰ ਦਿੰਦੀ ਹੈ ਜਾਂ ਤੁਹਾਨੂੰ ਬੇਕਾਰ ਜਾਂ ਇੱਥੋਂ ਵਗੇ। ਬਿਲਕੁਲ ਉਹ ਪਿਘਲਦੀ ਮੋਮਬੱਤੀ ਵਰਗੇ ਪਲਾਂ ਨੂੰ ਸਾਂਭਣ ਵਾਸਤੇ ਮੈਨੂੰ ਅੱਖਰਾਂ ਦਾ ਆਸਰਾ ਲੈਣਾ ਪਿਆ। ਔਰ ਧੰਨਵਾਦ ਪੰਜਾਬੀ ਸਾਹਿਤ ਦੇ। ਥੈਂਕ ਯੂ ਜੀ। ਤੇ ਦੂਜੀ ਗੱਲ, ਜਿਹੜੇ ਮੇਰੇ ਵਿਦਿਆਰਥੀ ਸੀਗੇ, ਜਦੋਂ ਮੈਂ ਯੂਨੀਵਰਸਿਟੀ 'ਚ ਗਈ ਉਦੋਂ ਪੰਜਾਬ ਦੇ ਪਿੰਡੇ ਤੇ ਬੜੀ ਕਾਲੀ ਬੋਲੀ ਹਨੇਰੀ ਹੰਡਾਉਣੀ ਪਈ। ਉਦੋਂ ਜਦੋਂ ਮੇਰੇ ਵਿਦਿਆਰਥੀ, ਜਿਨ੍ਹਾਂ ਨੂੰ ਮੈਂ ਪੁੱਤਾਂ ਵਾਂਗੂ ਪਿਆਰ ਕਰਦੀ ਸੀ, ਜਿਹੜੇ ਮੇਰੀਆਂ ਸੋਚਾਂ ਦੇ ਹਾਣਦੇ ਸੀ, ਜਿਨ੍ਹਾਂ ਦੇ ਨਾਲ ਮੇਰਾ ਉਸ ਵੇਲੇ ਮੋਹ ਮੁਹੱਬਤ ਪੂਰਾ ਸੀ, ਉਹਨਾਂ 'ਚੋਂ ਕੋਈ ਵੀ ਜਦੋਂ ਪੁਲਿਸ ਚੱਕ ਕੇ ਲੈ ਜਾਂਦੀ ਸੀ ਤਾਂ ਮੈਂ ਬਹੁਤ ਵਿਆਕੁਲ ਹੋ ਜਾਂਦੀ ਸੀ। ਜਿਹੜੀ ਤੁਹਾਡੀ ਕਿਤਾਬ ਪਹਿਲੀ ਸੀਗੀ ਕਹਾਣੀਆਂ ਦੀ, ਮਿੱਟੀ ਨਾਲ ਫਰੋਲ ਜੋਗੀ ਆ, ਹਾਂਜੀ, ਉਹ ਕਿਉਂਕਿ ਮੇਰੇ ਤੱਕ ਵੀ ਉਹਦਾ ਨਾਂ ਇੱਥੇ ਪਹੁੰਚਿਆ, ਹਾਲਾਂਕਿ ਮੈਂ ਪੜ੍ਹੀ ਨਹੀਂ ਹੈਗੀ। ਹਾਂਜੀ ਹਾਂਜੀ, ਉਹਦੀ ਕਾਫੀ ਜਵਾਨਾਂ ਦੇ ਵਿੱਚ ਚਰਚਾ ਹੋਈ ਹੈ। ਮੇਰਾ ਖਿਆਲ ਤੁਸੀਂ ਉਹ ਜਿਹੜਾ ਉਸ ਵੇਲੇ ਦਾ ਦੁਖਾਂਤ ਸੀਗਾ ਉਹਦੇ ਵਿੱਚ ਬੜਾ ਸ਼ਿੱਦਤ ਨਾਲ ਸਿਰਜਿਆ। ਹਾਂਜੀ, ਉਹ ਇਸ ਤਰ੍ਹਾਂ ਸੀ ਗਿੱਲ ਸਾਹਿਬ ਕਿ ਯੂਨੀਵਰਸਿਟੀ ਦੇ ਵਿੱਚ ਜਦੋਂ ਕੋਈ ਮੁੰਡਾ ਆ ਕੇ ਠਹਿਰ ਜਾਂਦਾ ਸੀ, ਆਪਦਾ ਕੋਈ ਹਥਿਆਰ ਰੱਖ ਜਾਂਦਾ ਸੀ, ਚੱਕੇ ਯੂਨੀਵਰਸਿਟੀ ਦੇ ਮੁੰਡੇ ਜਾਂਦੇ ਸੀ, ਉਹਨਾਂ ਮੁੰਡਿਆਂ ਦੇ ਉੱਤੇ ਤਸ਼ੱਦਦ ਕੀਤਾ ਜਾਂਦਾ ਸੀ। ਉਹ ਆ ਕੇ ਮੈਨੂੰ ਦੱਸਦੇ ਸੀ, ਜਿਸ ਤਰੀਕੇ ਨਾਲ ਦੱਸਦੇ ਸੀ ਉਹ ਫਿਰ ਮੇਰੇ ਤੋਂ ਜਰਿਆ ਨਹੀਂ ਜਾਂਦਾ ਸੀਗਾ, ਮੈਂ ਉਹਦੇ 'ਤੇ ਕਹਾਣੀ ਲਿਖ ਦਿੰਦੀ ਸੀ। ਇਹ ਮੇਰੀ ਕਹਾਣੀ ਦੀ ਕਿਤਾਬ ਜਿਹੜੀ ਮਿੱਟੀ ਨਾਲ ਫਰੋਲ ਜੋਗੀ, ਇਹਨੂੰ 1991 ਦੇ ਵਿੱਚ ਅਮਰੀਕਾ ਦੇ ਵਿੱਚ ਇਨਾਮ ਮਿਲਿਆ ਸੀ। ਪਹਿਲੀ ਵਾਰੀ ਮੈਂ ਉਦੋਂ ਇਹਨਾਂ ਦੇਸ਼ਾਂ 'ਚ ਆਈ ਸੀਗੀ। ਤੇ ਉਦੋਂ ਫਿਰ ਜਦੋਂ ਉਹ ਐਸੀ ਹਨੇਰੀ ਚਲੀ ਜੀ ਕਿ ਪੰਜਾਬ ਦੇ ਹਰ ਪਿੰਡ ਨੇ, ਹਰ ਘਰ ਨੇ ਮੌਤ ਹੰਢਾਈ ਦੇਖੀ ਜਾਂ ਮਹਿਸੂਸ ਕੀਤੀ ਜਾਂ ਸੁਣੀ। ਇਹ ਤਾਂ ਸਾਰੇ ਪੰਜਾਬ ਦੇ ਵਿੱਚ। ਤੁਹਾਡੇ ਵੀ ਸਟੂਡੈਂਟ ਕਈ ਗਏ ਤੇ ਮੁੜ ਕੇ ਨਹੀਂ ਆਏ ਜੀ। ਮੇਰੇ ਇਕੱਲੇ ਸਟੂਡੈਂਟ ਨਹੀਂ ਜੀ, ਸਾਡੀ ਯੂਨੀਵਰਸਿਟੀ ਦੇ ਉਹ ਮੁੰਡੇ ਜਿਨ੍ਹਾਂ ਨੂੰ ਅਸੀਂ ਹੀਰੋ ਦੇ ਤੌਰ ਤੇ ਦੇਖਦੇ ਸੀ, ਜਿਨ੍ਹਾਂ ਨੂੰ ਅਸੀਂ ਸੱਚੀ ਮੁੱਚੀ ਪਿਆਰ ਕਰਦੇ ਸੀ, ਉਹ ਮੁੰਡੇ ਗਏ ਤੇ ਮੁੜ ਕੇ ਵਾਪਸ ਨਹੀਂ ਆਏ। ਤਾਂ ਮੈਨੂੰ ਅੱਜ ਤੱਕ ਯਾਦ ਨਹੀਂ। ਤੇ ਇੱਕ ਮੈਂ ਬੜੀ ਇੰਟਰਸਟਿੰਗ ਘਟਨਾ ਤੁਹਾਨੂੰ ਦੱਸਣੀ ਚਾਹੂੰਗੀ ਕਿ 1993 ਦੇ ਵਿੱਚ ਮੈਂ ਸਰੀ ਆ ਕੇ ਉਤਰੀ ਤਾਂ ਇੱਕ ਮੁੰਡਾ, ਜਿਹਦੇ ਬਾਰੇ ਮੈਂ ਬਹੁਤ ਦੇਰ ਤੋਂ ਅਫਸੋਸ ਕਰ ਰਹੀ ਸੀ, ਜਿਹਦੇ ਬਾਰੇ ਪੁਲਿਸ ਨੇ ਇਹ ਇਸ਼ਤਿਹਾਰ ਲਾਤਾ ਸੀ ਕਿ ਉਹਦੇ ਤੇ ਸਿਰ ਤੇ ਇੰਨਾ ਮੁੱਲ ਹੈ ਤੇ ਉਹ ਅਸੀਂ ਮਾਰਤਾ, ਉਹ ਮੁੰਡਾ ਇੱਥੇ ਖੜਾ ਸੀ। ਮੇਰੇ ਵਾਸਤੇ ਕਿੰਨੀ ਹੈਰਾਨੀ ਦੀ ਔਰ ਖੁਸ਼ੀ ਭਰੀ ਹੈਰਾਨੀ। ਔਰ ਉਹਨੇ ਇੱਕ ਲਫ਼ਜ਼ ਬੋਲ ਕਹੇ ਸੀ ਜਿਹੜੇ ਮੈਂ ਹੁਣ ਦੱਸਣਾ ਚਾਹੂੰਗੀ।
ਉਹ ਕਹਿੰਦਾ ਮੈਡਮ ਜਦ ਤੁਸੀਂ ਥੱਲੇ ਪੈਰ ਧਰਦੇ ਹੋ ਨਾ ਮੇਰਾ ਜੀ ਕਰਦਾ ਪਹਿਲਾਂ ਤਲੀ ਧਰ ਦੇਵਾਂ। ਆਏ ਹੈ। ਇਸ ਤਰ੍ਹਾਂ ਦੀ ਮੁਹੱਬਤ ਕੌਣ ਕਿਸੇ ਨੂੰ ਕਰਦਾ ਹੈ? ਮੈਨੂੰ ਤਾਂ ਲੱਗਦਾ ਹੈ ਇਹ ਬਹੁਤ ਵੱਡਾ ਸਰਮਾਇਆ ਹੈ ਜਿਹੜਾ ਮੈਂ ਆਪਦੇ ਸੀਨੇ 'ਚ ਫਰੀਜ਼ ਕਰ ਰੱਖਿਆ, ਜਿਹੜਾ ਮੈਨੂੰ ਇੰਨਾ ਪਿਆਰ ਇਹਨਾਂ ਬੱਚਿਆਂ ਨੇ ਦਿੱਤਾ। ਮੇਰੇ ਵਾਸਤੇ ਤਾਂ ਜੀ ਮੈਨੂੰ ਲੱਗਦਾ ਦੁਨੀਆ ਦੀ ਇਦੋਂ ਵੱਡੀ ਦੌਲਤ ਕੋਈ ਨਹੀਂ ਕਿਸੇ। ਔਰ ਤੁਸੀਂ ਮੇਰਾ ਖਿਆਲ ਆ ਸ਼ਾਇਦ ਉਸ ਦੁਕਾਨ ਦੇ ਵਿੱਚੋਂ ਨਿਕਲ ਹੀ ਇਸ ਕਰਕੇ ਗਏ ਹੋ, ਇੱਕ ਤਾਂ ਤੁਸੀਂ ਆਪਣਾ ਨਿਕਾਸ ਪੈਨ ਰਾਹੀਂ ਕੱਢਣਾ ਸ਼ੁਰੂ ਕਰ ਦਿੱਤਾ। ਹਾਂਜੀ ਹਾਂਜੀ। ਤੁਸੀਂ ਫਿਰ ਦੂਸਰਾ ਜਿਹੜਾ ਵੱਡਾ ਕੰਮ ਕੀਤਾ, ਤੁਸੀਂ ਇਹ ਸਾਰੇ ਬੱਚਿਆਂ ਨੂੰ ਹੀ ਆਪਣੇ ਬੱਚੇ ਸਮਝ ਲਿਆ। ਬਿਲਕੁਲ ਸਮਝਿਆ ਜੀ। ਔਰ ਮੇਰਾ ਖਿਆਲ ਆ ਉਹਦੇ ਨਾਲ ਜਿਹੜਾ ਤੁਹਾਡਾ ਉਹ ਜਿਹੜਾ ਗਮ ਸੀ ਉਹ ਇੱਕ ਪਿੱਛੇ ਹਾਂਜੀ ਹਾਂਜੀ ਹਾਂਜੀ। ਉਹ ਕਹਿੰਦੇ ਨੇ ਜੀ ਮੋਹਨ ਸਿੰਘ ਨੇ ਲਿਖਿਆ ਵੀ ਹੌਲੀ ਹੌਲੀ ਬਣ ਗਿਆ ਮਿੱਤਰਾਂ ਦਾ ਕੰਮ, ਲੋਕਾਂ ਦਾ ਕੰਮ। ਹਾਂ। ਫਿਰ ਉਹ ਲੋਕਾਂ ਦਾ ਕੰਮ ਬਣ ਗਿਆ। ਫਿਰ ਜਦੋਂ ਉਹਨਾਂ ਬੱਚਿਆਂ 'ਚੋਂ ਕੋਈ ਮਰ ਜਾਂਦਾ ਸੀ ਜਾਂ ਉਹਨਾਂ ਦੇ ਘਰਦਿਆਂ ਦੇ ਕੋਲੇ ਮੈਨੂੰ ਜਾਣਾ ਹੁੰਦਾ ਸੀ, ਮੈਂ ਉਹਨਾਂ ਦੀਆਂ ਮਾਵਾਂ ਭੈਣਾਂ ਨੂੰ ਮਿਲਦੀ ਸੀ, ਮੈਨੂੰ ਲੱਗਦਾ ਸੀ ਬਹੁਤ ਵੱਡਾ ਖੱਪਾ ਹੈ ਜਿਹੜਾ ਪੰਜਾਬ ਦੇ ਨਾ ਸੀਨੇ ਦੇ ਵਿੱਚ ਪੈ ਰਿਹਾ ਹੈ, ਗੈਪ ਪੈ ਰਿਹਾ ਹੈ। ਔਰ ਸੱਚ ਕਰਕੇ ਜਾਣਿਓ ਬਹੁਤ ਇੰਟੈਲੀਜੈਂਟ, ਬਹੁਤ ਅੱਛੇ ਔਰ ਖੂਬਸੂਰਤ ਹਿਰਦੇ ਵਾਲੇ ਮੁੰਡੇ ਜਿਹੜੇ ਨੇ ਪੁਲਿਸ ਨੇ ਜਾ ਕੇ ਮਾਰਤੇ ਸੀ। ਖੂਬਸੂਰਤ ਸਾਰੇ ਮੁੰਡੇ ਬੜੇ ਕ੍ਰੀਏਟਿਵ ਸੀ, ਬੜੇ ਕ੍ਰੀਏਟਿਵ ਸੀ ਜੀ, ਬੜਾ ਕੁਝ ਸੀ ਉਹਨਾਂ 'ਚ ਬਹੁਤ ਜ਼ਿਆਦਾ। ਤੇ ਮੈਨੂੰ ਇੱਕ ਗੱਲ ਦੀ ਖੁਸ਼ੀ ਹੈ ਜੀ, ਬਹੁਤ ਉਹਨਾਂ 'ਚੋਂ ਸਰੀ 'ਚ ਜਿਉਂਦੇ ਨੇ। ਸ਼ੁਕਰ। ਮੇਰੇ ਵਾਸਤੇ ਬਹੁਤ ਵੱਡੀ ਪ੍ਰਾਪਤੀ ਹੈ। ਤੇ ਇਸੇ ਤਰ੍ਹਾਂ ਹੀ ਫਿਰ ਲੜੀਵਾਰ ਤੁਸੀਂ ਲਿਖਦੇ ਗਏ। ਹਾਂਜੀ, ਮੈਂ ਕਹਾਣੀਆਂ ਪਹਿਲਾਂ ਜ਼ਿਆਦਾ ਲਿਖੀਆਂ, ਉਸ ਤੋਂ ਬਾਅਦ ਫਿਰ ਮੈਂ ਚਿੱਤ ਨਾ ਚੇਤੇ ਨਾਵਲ ਲਿਖਿਆ ਜਿਹੜਾ ਯੂਨੀਵਰਸਿਟੀ ਦੇ ਮੁੰਡੇ ਤੇ ਸੀਗਾ। ਉਸ ਤੋਂ ਬਾਅਦ ਮੈਂ ਜਦੋਂ ਕੈਨੇਡਾ ਆ ਗਈ ਜੀ, ਫਿਰ ਤਾਂ ਸਾਰੀ ਧਰਤੀ ਵੀ ਬਦਲ ਗਈ, ਪੈਕੇਜ ਹੀ ਬਦਲ ਗਿਆ ਜੀ। ਮੇਰਾ ਦਾਇਰਾ ਟੁੱਟ ਗਿਆ, ਮੇਰੇ ਸਾਂਝਾਂ ਟੁੱਟ ਗਈਆਂ, ਮੇਰਾ ਨਾਲ ਦੇ ਲੋਕ ਉੱਥੇ ਰਹਿ ਗਏ, ਮੈਂ ਇੱਥੇ ਆ ਗਈ। ਤੇ ਫਿਰ ਜਦੋਂ ਮੈਨੂੰ ਇੱਥੇ ਆ ਕੇ ਨਵੀਂ ਤਰ੍ਹਾਂ ਦੀ ਜ਼ਿੰਦਗੀ, ਨਵੀਆਂ ਸੋਚਾਂ ਨਾਲ, ਨਵੀਆਂ ਜ਼ਿੰਮੇਵਾਰੀਆਂ ਨਾਲ ਹੰਡਾਉਣੀ ਪਈ, ਫਿਰ ਮੈਂ ਇੱਕ ਨਾਵਲ ਲਿਖਿਆ ਜੀ ਅੰਗੂਠੇ ਦਾ ਨਿਸ਼ਾਨ, ਜਿਹੜਾ ਕੈਨੇਡੀਅਨ ਧਰਤੀ ਬਾਰੇ ਸੀ। ਉਸ ਤੋਂ ਬਾਅਦ ਜਿਹੜੀ ਮੇਰੀ ਹੁਣ ਕਿਤਾਬ ਆਈ ਹੈ ਮਨ ਦਾ ਕੋਨਾ, ਇਹ ਮੇਰੀ ਜ਼ਿੰਦਗੀ ਦੇ ਛੋਟੀਆਂ ਕਾਤਰੇ ਇਕੱਠੇ ਕਰਕੇ ਨਾ ਜੀ, ਇੱਕ ਤਰ੍ਹਾਂ ਨਾਲ ਕਾਤਰਾਂ ਇਕੱਠੀਆਂ ਕਰਕੇ ਬਣਾਈ ਹੋਈ ਕਿਤਾਬ ਹੈ, ਜਿਹੜੀ ਮੈਂ ਛੋਟੀ ਜਿਹੀ ਬਚਪਨ ਤੋਂ ਆਪਦੇ ਤੋਂ ਹੁਣ ਤੱਕ ਚੱਲਣਾ। ਤੁਹਾਨੂੰ ਮੈਂ ਸੱਚੀ ਗੱਲ ਦੱਸਾਂ, ਜਿਹੜੀ ਤੁਹਾਡੀ ਮਨ ਦਾ ਕੋਨਾ ਕਿਤਾਬ ਮੇਰੇ ਕੋਲ ਕੁਝ ਸਮਾਂ ਪਹਿਲਾਂ ਪਹੁੰਚ ਗਈ ਸੀ, ਔਰ ਧੰਨਵਾਦ ਤੁਹਾਡਾ। ਇਹ ਉਹ ਮੇਰੇ ਟੇਬਲ ਤੇ ਕਿਤਾਬਾਂ ਪਈਆਂ ਹੁੰਦੀਆਂ, ਲਾਈਨ 'ਚ ਲੱਗੀਆਂ ਵੀ ਇਸ ਤੋਂ ਬਾਅਦ ਮੈਂ ਆ ਪੜ੍ਹਨੀਆਂ। ਕਈ ਵਾਰ ਛੇਤੀ ਬੋਲਣ 'ਚ ਕਿਸੇ ਬਾਰੇ ਕੋਈ ਕਹਿਣਾ ਬੋਲਣਾ ਹੁੰਦਾ ਜਾਂ ਲਿਖਣਾ ਹੁੰਦਾ, ਉਹ ਅੱਗੇ ਆ ਜਾਂਦੀ ਆ ਕਿਤਾਬ। ਤੇ ਮੈਂ ਇੰਨਾ ਚਿਰ ਦਾ ਉਹ ਕਿਤਾਬ ਪਈ ਸੀ। ਤੇ ਫਿਰ ਜਦੋਂ ਤੁਹਾਡੇ ਨਾਲ ਗੱਲਬਾਤ ਹੋਈ, ਮੈਂ ਤੁਹਾਨੂੰ ਇੰਨਾ ਜ਼ਰੂਰ ਦੱਸ ਦਿੰਦਾ ਵੀ ਉਹ ਕਿਤਾਬ ਤੁਹਾਡੀ ਅੱਧੀ ਤੋਂ ਜ਼ਿਆਦਾ ਮੈਂ ਰਾਤੋਂ ਰਾਤ ਪੜ੍ਹ ਚੁੱਕਿਆ। ਔਰ ਪਰ ਖੂਬਸੂਰਤੀ ਉਹਦੀ ਇਹ ਆ, ਜਿੱਥੇ ਮੈਂ ਉਹ ਛੱਡੀ ਵੀ ਆ, ਮੇਰਾ ਜੀ ਨਹੀਂ ਸੀ ਕਰਦਾ ਮੈਂ ਛੱਡਾਂ। ਉਹ ਕਿਤਾਬ ਆਪਣੇ ਆਪ ਧੱਕੇ ਨਾਲ ਪੜ੍ਹਾਉਂਦੀ ਆ, ਉਹ ਪਾਠਕ ਨੂੰ ਕਹਿੰਦੇ ਪੜ੍ਹ। ਔਰ ਉਹਦੇ ਵਿੱਚ ਜਿਹੜੀ ਮੈਂ ਵੱਡੀ ਗੱਲ ਕਹਿਣੀ ਚਾਹਾਂਗਾ, ਮੈਨੂੰ ਐਂ ਲੱਗਦਾ ਵੀ ਤੁਸੀਂ ਵਾਰਤਕ ਦੇ ਵਿੱਚ ਕਵਿਤਾ ਲਿਖੀ ਹੋਈ ਆ। ਇਹ ਮੈਨੂੰ ਕਈਆਂ ਨੇ ਇਹ ਗੱਲ ਕਹੀ। ਇਦੋਂ ਪਹਿਲਾਂ ਮੇਰੀਆਂ ਰਚਨਾਵਾਂ ਦੇ ਉੱਤੇ ਇੱਕ ਠੱਪਾ ਲੱਗਦਾ ਸੀ ਜੀ ਕਿ ਤੁਹਾਡੇ ਜਿਹੜੇ ਪਾਤਰ ਨੇ ਉਹ ਸਿਵਿਆਂ ਨੂੰ ਕਿਉਂ ਤੁਰੇ ਜਾਂਦੇ ਨੇ, ਬਹੁਤੇ ਪਾਤਰ ਸਿਵਿਆਂ ਨੂੰ ਜਾਂਦੇ ਨੇ, ਜਿਵੇਂ ਮੈਂ ਤੁਹਾਨੂੰ ਦੱਸ ਕੇ ਹਟੀਆਂ। ਪਰ ਜਦੋਂ ਆਲੇ ਦੁਆਲੇ ਸੱਚ ਹੀ ਹਾਂਜੀ ਬਿਲਕੁਲ ਉਹ ਗੱਲ ਸੀ। ਹੁਣ ਜਦੋਂ ਕਿ ਸਾਰਾ ਕੁਝ ਅੱਠਰ ਗਿਆ, ਫਿਰ ਤੁਸੀਂ ਅੱਠਰੀ ਹੋਈ ਰਚਨਾ ਲੈ ਕੇ ਆਓਗੇ, ਫਿਰ ਤੁਸੀਂ ਉਸ ਤਰ੍ਹਾਂ ਦੀ ਲੈ ਕੇ ਆਓਗੇ ਜਿਹੜੀਆਂ ਗੱਲਾਂ ਨੇ ਤੁਹਾਨੂੰ ਹੁੱਜਾਂ ਮਾਰੀਆਂ, ਜਿਹੜੀਆਂ ਗੱਲਾਂ ਨੇ ਤੁਹਾਨੂੰ ਅੰਦਰ ਤੱਕ ਜਾ ਕੇ ਪ੍ਰਭਾਵਿਤ ਕੀਤਾ, ਜਿਹੜੀਆਂ ਘਟਨਾਵਾਂ ਤੁਹਾਡੇ ਅੰਦਰ ਫਰੀਜ਼ ਹੋਈਆਂ ਨੇ, ਉਹਨਾਂ ਸਾਰੀਆਂ ਦੀਆਂ ਕਾਤਰਾਂ ਇਕੱਠੀਆਂ ਕਰਕੇ ਮੈਂ ਮਨ ਦਾ ਕੋਨਾ ਬਣਾਤਾ। ਮੈਂ ਬਹੁਤ ਇੰਜੋਏ, ਔਰ ਮੈਂ ਚਾਹਾਂਗਾ ਵੀ ਉਹਨੂੰ ਜਿਹੜੇ ਖਾਸ ਤੌਰ ਤੇ ਵਾਰਤਕ ਲਿਖਦੇ ਆ ਜਾਂ ਕਵਿਤਾ ਵੀ ਲਿਖਦੇ ਆ, ਉਹਨਾਂ ਨੂੰ ਇਹ ਤਾਂ ਹੈ ਹੀ ਵੀ ਉਹਨੂੰ ਕਿਤਾਬ ਪੜ੍ਹਨ ਵਾਲੀ ਵੈਸੇ ਹੈਗੀ ਹੈ ਕੰਟੈਂਟ ਦੇ ਤੌਰ ਦੇ ਉੱਤੇ, ਪਰ ਉਹਦੀ ਜਿਹੜੀ ਲਿਖਣ ਕਲਾ ਉਹਨੂੰ ਵੀ ਧਿਆਨ 'ਚ ਰੱਖਦੇ ਹੋਏ ਉਹਨੂੰ ਪੜ੍ਹਨਾ। ਜੀ ਮੈਨੂੰ ਲੱਗਦਾ ਵੀ ਜਦੋਂ ਤੁਹਾਡੀਆਂ ਉਮਰਾਂ ਲੰਘਦੀਆਂ ਨੇ, ਉਮਰਾਂ ਦੇ ਸਿਰ ਤੋਂ ਧੁੱਪਾਂ ਛਾਵਾਂ ਲੰਘਦੀਆਂ ਨੇ, ਤਾਂ ਤੁਹਾਡੇ ਅੰਦਰ ਉਹਨਾਂ ਸ਼ਬਦਾਂ ਦੇ ਅਰਥ ਵੀ ਵਰਕੇ ਫਰੋਲਦੇ ਨੇ, ਵੱਖਰੇ ਹੁੰਦੇ ਨੇ। ਫਿਰ ਤੁਸੀਂ ਉਹਨਾਂ ਦੇ ਅਰਥਾਂ ਦੇ ਪਿੱਛੇ ਜਿਹੜਾ ਪਿਛੋਕੜ ਪਲਦਾ ਉਹਦੇ ਵੱਲ ਝਾਕਦੇ ਹੋ, ਤੁਹਾਡਾ ਜੀ ਕਰਦਾ ਕਿ ਉਹ ਵੀ ਲੋਕਾਂ ਨਾਲ ਸਾਂਝਾ ਕੀਤਾ ਜਾਵੇ। ਇੱਕ ਮੈਂ ਆਮ ਤੌਰ ਤੇ ਗੱਲ ਕਰਨਾ ਉਹਨਾਂ ਵੀ, ਇੱਕ ਪਾਠਕ ਕਿਤਾਬ ਨੂੰ ਨਹੀਂ ਪੜ੍ਹਦਾ, ਕਿਤਾਬ ਵੀ ਪਾਠਕ ਨੂੰ ਉਸ ਵੇਲੇ ਪੜ੍ਹ ਰਹੀ ਹੁੰਦੀ ਹੈ। ਹਾਂਜੀ ਬਿਲਕੁਲ। ਤੇ ਇਹ ਜਿਹੜੀ ਤੁਹਾਡੀ ਕਿਤਾਬ ਆ, ਇਹ ਪਰਤ ਦਰ ਪਰਤ, ਕਿਸੇ ਲਈ ਬਹੁਤ ਜ਼ਿਆਦਾ ਪਰਤਾਂ ਉਸੇ ਵੇਲੇ ਖੁੱਲ੍ਹ ਜਾਂਦੀਆਂ ਨੇ,
ਕਿਸੇ ਲਈ ਮੇਰੇ ਖਿਆਲ ਦੂਜੀ ਵਾਰ ਪੜ੍ਹੇ ਤੇ ਹੋਰ ਗਾਹਾਂ ਗੱਲ ਸਮਝ, ਇੱਕ ਪਰਤ ਹੋਰ ਸਮਝੋ, ਇੱਕ ਪਰਤ ਹੋਰ ਸਮਝਾਊ। ਸੋ ਮੇਰਾ ਖਿਆਲ ਹੈ ਇਹ ਤੁਹਾਡੀ ਬੜੀ ਵੱਡੀ ਪ੍ਰਾਪਤੀ ਆ। ਔਰ ਉਹਦੇ ਨਾਲ ਇੱਕ ਤੁਸੀਂ ਜਿਹੜਾ ਆਪਣਾ ਅੰਦਰ ਦੀ ਉਹ ਹਵਾੜ ਸੀਗੀ ਉਹ ਵੀ ਕੱਢ ਦਿੱਤੀ ਉਹਦੇ ਨਾਲ। ਪਰ ਮੈਂ ਤੁਸੀਂ ਬੜੇ ਸਟਰੋਂਗ ਹੋ। ਥੈਂਕ ਯੂ। ਮੇਰਾ ਖਿਆਲ ਆ ਇੱਕ ਮਰਦ ਵੀ ਜਦੋਂ ਜਿਸ ਤਰ੍ਹਾਂ ਦੀ ਸਿਚੁਏਸ਼ਨ ਆ ਵੀ ਤੁਸੀਂ ਲੰਘੇ ਹੋ ਡੋਲ ਜਾਂਦਾ, ਪਰ ਤੁਸੀਂ ਆਪਣੇ ਆਪ ਨੂੰ ਉਦੋਂ ਵੀ ਤਕੜਾ ਕਰਕੇ ਅੱਗੇ ਲੈ ਕੇ ਆਏ। ਮੈਂ ਨਾ ਜੀ ਕਿਤੇ ਪੜ੍ਹਿਆ ਸੀ ਵੀ ਹਰ ਆਦਮੀ ਔਰਤ ਦੇ ਅੰਦਰ ਸ਼ਕਤੀਆਂ ਦੇ ਖੂਹ ਹੁੰਦੇ ਨੇ, ਪਰ ਇਹਨਾਂ ਨੂੰ ਗੇੜਨ ਦੀ ਜਾਚ ਆਉਣੀ ਚਾਹੀਦੀ ਹੈ। ਜੇ ਗਿੱਲ ਸਾਹਿਬ ਮੈਂ ਲੋਕਾਂ ਕੋਲੇ ਰੋਂਦੀ ਰਹੀ ਹਾਂ, ਮੈਂ ਕੱਲਿਆਂ ਰੋਂਦੀ ਰਹੀ ਹਾਂ, ਨਹੀਂ ਉਹ ਸਰਾਣੇ ਤੇ ਸਿਰ ਰੱਖ ਕੇ ਪ੍ਰੋਸੈਸ ਆ, ਉਹ ਹੋਣਾ ਚਾਹੀਦਾ। ਹਾਂਜੀ, ਕਿਉਂਕਿ ਮੇਰੇ ਬੱਚੇ ਛੋਟੇ ਛੋਟੇ ਸੀ, ਮੈਂ ਉਹਨਾਂ ਕੋਲ ਕਿਵੇਂ ਰੋਂਦੀ। ਤੇ ਕਿਸੇ ਕੋਲ ਵੀ ਇੰਨਾ ਵਕਤ ਨਹੀਂ ਹੁੰਦਾ, ਫੁਰਸਤ ਨਹੀਂ ਹੁੰਦੀ, ਜਿਗਰਾ ਨਹੀਂ ਹੁੰਦਾ ਕਿ ਦੂਜੇ ਦੇ ਦੁੱਖ ਨੂੰ ਸੁਣ ਸਕੇ। ਫਿਰ ਅੱਖਰਾਂ ਨੇ ਮੈਨੂੰ ਬਚਾਇਆ ਜੀ, ਅੱਖਰਾਂ ਨੇ ਮੈਨੂੰ ਬਿਖਰਨ ਤੋਂ ਬਚਾ ਲਿਆ, ਅੱਖਰਾਂ ਨੇ ਹੀ ਮੈਨੂੰ ਆਸਰਾ ਦਿੱਤਾ। ਇਸੇ ਕਰਕੇ ਮੈਂ ਅੱਖਰਾਂ ਦਾ ਧੰਨਵਾਦ ਕਰਦੀ ਹਾਂ, ਜਿਨ੍ਹਾਂ ਦਾ ਮੈਂ ਸਾਰੀ ਉਮਰ ਵਣਜ ਕੀਤਾ, ਜਿਨ੍ਹਾਂ ਬੋਲਾਂ ਤੇ ਮੈਂ ਆਪਦੇ ਆਪ ਨੂੰ ਪੁਗਾਇਆ ਵੀ, ਤੇ ਇਹ ਬੋਲ ਪਰਮਾਤਮਾ ਕਰੇ ਆਉਂਦੇ ਸਮੇਂ ਤੱਕ ਵੀ ਇਸੇ ਤਰ੍ਹਾਂ ਜਾਰੀ ਚੱਲਦੇ ਰਹਿਣ। ਤੇ ਤੁਸੀਂ ਜਿਵੇਂ ਹੁਣ ਵਿਦਿਆਰਥੀ ਨੇ, ਮੈਂ ਅੰਤ ਵਿੱਚ ਚਾਹਾਂਗਾ ਕੋਈ ਗੱਲਬਾਤ ਅੱਜ ਦੇ ਵਿਦਿਆਰਥੀਆਂ ਨੂੰ ਜਾਂ ਅੱਜ ਦੇ ਲੇਖਕਾਂ ਨੂੰ ਕਹਿਣਾ ਚਾਹੁੰਦੇ ਹੋ? ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗੀ ਜੀ ਕਿ ਬਹੁਤੇ ਲੋਕ ਪਾਠਕ ਖਾਸ ਕਰਕੇ ਇਹ ਸ਼ਿਕਵਾ ਕਰਦੇ ਨੇ ਕਿ ਜਿਹੜੇ ਲੇਖਕ ਜਿਉਂਦੇ ਹੋਰ ਨੇ ਤੇ ਲਿਖਦੇ ਹੋਰ ਨੇ, ਪਲੀਜ਼ ਇਹ ਵਿੱਥ ਨੂੰ ਜਿੰਨਾ ਹੋ ਸਕੇ ਘਟਾਇਆ ਜਾਵੇ। ਮੈਨੂੰ ਲੱਗਦਾ ਤੁਹਾਡੇ ਅੱਖਰ ਅਸਰ ਤਾਂ ਹੀ ਕਰਨਗੇ ਜੇ ਤੁਸੀਂ ਉਹਨਾਂ ਦੇ ਪਿਛਲਾ ਸੱਚ ਅਰਥਾਂ ਤੱਕ ਲੈ ਕੇ ਜਾਓਗੇ। ਦਿਲ ਚੋਂ ਨਿਕਲੀ ਗੱਲ ਹੀ ਦਿਲ ਤੱਕ ਪਹੁੰਚਦੀ। ਬਿਲਕੁਲ ਜੀ, ਉਹ ਅਸਰ ਕਰਦੀ ਹੈ। ਜੇ ਇੱਥੋਂ ਗੱਲ ਤੋਂ ਉੱਤੇ ਵਾਲੀ ਗੱਲ ਉੱਥੇ ਕੀ ਰਹਿ ਜਾਂਦੀ, ਉੱਤੇ ਹੀ ਰਹਿ ਜਾਂਦੀ। ਫਿਰ ਤਾਂ ਤਾੜੀਆਂ ਮਾਰ ਕੇ ਉਡਾ ਦਿੰਦੇ ਨੇ ਲੋਕ, ਜਿਵੇਂ ਨੇਤਾ ਦੀਆਂ ਗੱਲਾਂ ਹੁੰਦੀਆਂ ਨੇ। ਬਿਲਕੁਲ। ਭੈਣ ਜੀ, ਅੱਜ ਤੁਸੀਂ ਕਲਾ ਦੇ ਅੰਗ ਸੰਗ ਦੇ ਵਿਹੜੇ 'ਚ ਆਏ, ਤੁਹਾਡਾ ਆਉਣ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਜੀ। ਤੁਸੀਂ ਮੈਨੂੰ ਇੰਨੇ ਲੋਕਾਂ ਦੇ ਰੂਬਰੂ ਕੀਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਅੱਜ ਇਸ ਪ੍ਰੋਗਰਾਮ ਨੂੰ ਇੱਥੇ ਹੀ ਸੰਪੂਰਨ ਕਰਦੇ ਹਾਂ। ਅਗਲੇ ਹਫ਼ਤੇ ਇਸੇ ਤਰ੍ਹਾਂ ਦੀ ਇੱਕ ਹੋਰ ਵਧੀਆ ਸ਼ਖਸੀਅਤ ਦੇ ਨਾਲ ਗੱਲਬਾਤ ਕਰਾਂਗੇ। ਉਦੋਂ ਤੱਕ ਲਈ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।